ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਸਤਨਾਮ ਸ੍ਰੀ ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। जिस वखर को लैन तू आया, राम नाम संतन घर पाया। वाहिगुरु जी का खालसा, वाहिगुरु जी की फतेह। गुरां दी साजी और निवाजी साध संगत जी, जिमें कि आप सब जानते हो, श्री सुखमनी साहब जी की लड़ीवार विचार प्रारंभ है। सो 15वीं अष्टपदी की 4 पदियां तक साड़ी पिछले दिनों विच विचार हो चुकी है। आओ 5वें पदे दियां असी आरंभता वालियां पंक्तियां पढ़ियां हन, गाइयां हन। सो आओ इस दी विचार दे नाल जुड़ के ये जन्म सफला करिए। सतगुरु जी इस 5वें पदे दी 15वीं अष्टपदी दे 5वें पदे विच फरमा रहे आ, जिस वखर को लैन तू आया। वखर लाभदायक चीज़ है, जिहड़ी लाभदायक वस्तु है ना, परमेश्वर जी ओह परमेश्वर दा आनंद है, जिस नूं लैण वास्ते तू मनुखा जन्म धार के आया इस संसार विच। अगे कहंदे राम नाम संतन घर पाया। वो वखर लाभदायक राम दे नाम करके प्राप्त हुंदी है। राम दा नाम पूंजी है। यह संतां दी संगत विचों पाया है। जिस किसी ने भी तज अभिमान लेहो मन मूल, अते मन अपने हंकार छड्ड दे। सतगुरु जी फरमाउंदे, भाई मन दा हंकार छड्ड के एक प्रकार मुल लै ला। राम नाम हिरदे मह तोल। यह जो राम परमेश्वर दा नाम है, इस नूं हिरदे विच तोल भाव विचार लै हुण कि तेरे अंदर वसिया है कि नहीं। विचार के तां वेख, तोल के राम नाम तो बिना होर कोई वस्तु भी सत है कि नहीं। जदों विचारेगा पता लगेगा कि परमेश्वर दे नाम तो बिना सब अणहोया ही है। जिस पासे मैं लगा हाँ वो सब कुछ झूठ है, और परमेश्वर दा नाम ही सत चित आनंद स्वरूप है। लाद खेप संतह संग चाल। यह ऐसी भगती रूप पूंजी खेप है मनुखा जन्म दे विच। इहनूं लभ करके संतां दी संगत दे विच जिस तरह उन्हां दा सिमरन भजन है, उठना है, नितनेम है, सारियां दी धूड़ बन के रहिंदे आ, परोपकार करदे आ। उन्हां संगतां दी संगत च मिल के चलना कर भाई। अवर त्याग बिखिया जंजाल। फिर सतगुरु जी फरमाउंदे आ, होर जिहड़े बिखिया माया दे जंजाल बंधन पए आ ना तैनूं, इन्हां नूं छड्ड दे भाई, दिलों भुला दे। धन धन कहै सब कोय। अगे कहिंदे भाई, धनता जोग तेरे माता नूं भी, धनता रूप तेरे पिता नूं भी, तेरी करनी नूं भी सब कोई धन धन कहेगा। मुख उजल हर दरगह सोए।
ਹਰੀ ਦੀ ਦਰਗਾਹ 'ਚ ਸ਼ੋਭਾ ਹੋਣੇ ਕਰਕੇ ਤੇਰਾ ਉੱਜਲ ਮੁਖ ਹੋਵੇਗਾ। ਤੇਰੀ ਸ਼ੋਭਾ ਹੋਵੇਗੀ ਲੋਕ 'ਚ ਵੀ ਪਰਲੋਕ 'ਚ ਵੀ, ਤੇ ਮੁਖ ਉਜਲਾ ਹੋਵੇਗਾ। ਇਹੋ ਵਾਪਾਰ ਬਿਰਲਾ ਵਾਪਾਰੈ। ਇੱਥੇ ਖਿਆਲ ਰੱਖਣ ਯੋਗ ਕੁਝ ਗੱਲਾਂ ਹਨ। ਇਹੋ ਵਾਪਾਰ, ਇਹਨੂੰ ਵੀ ਵਾਪਾਰ ਪੜ੍ਹਨਾ, ਵਪਾਰ ਨਹੀਂ ਪੜ੍ਹਨਾ। ਅੱਗੇ ਬਿਰਲਾ ਵਾਪਾਰੈ, ਉਹਨੂੰ ਵੀ ਵਾਪਾਰੈ ਪੜ੍ਹਨਾ, ਵਪਾਰੈ ਨਹੀਂ ਪੜ੍ਹਨਾ, ਕਿਉਂਕਿ ਵਵਾ ਮੁਕਤਾ ਨਹੀਂ ਪੜ੍ਹਨਾ। ਵਾਪਾਰੈ ਇਹ ਵੇਖ ਲੈ, ਵਪਾਰ ਜਿੱਥੇ ਹੋਰ ਇਹਨੇ ਕਰਦਾ, ਇਸ ਵਪਾਰ ਨੂੰ ਵੀ ਕਦੇ ਕਰਕੇ ਵੇਖ ਲਾ ਕਿ ਕੀ ਵਾਪਰਦਾ ਹੈ। ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ, ਐਸਾ ਵਪਾਰ ਭਾਈ ਕਰ। ਜਿਵੇਂ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 306 ਤੇ ਫਰਮਾਉਂਦੇ ਹਨ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਹੋ ਵਪਾਰ ਤਨ ਮਨ ਧਨ ਦੇ ਕੇ ਆਪ ਪ੍ਰਾਪਤ ਕਰਨਾ, ਹੋਰਨਾਂ ਨੂੰ ਆਪਾ ਭਾਵ ਮਿਟਾ ਕੇ ਵਪਾਰ ਕਰਾਉਣਾ, ਸਿਮਰਨ ਕਰਾਉਣਾ। ਕੋਈ ਵਿਰਲੇ ਹਨ ਵਪਾਰੀ, ਇਸ ਵਪਾਰ ਨੂੰ ਵਿਰਲੇ ਹੀ ਕਰਦੇ ਹਨ। ਸਤਿਗੁਰੂ ਜੀ ਫਰਮਾਉਂਦੇ ਹਨ, ਨਾਨਕ ਤਾਕੈ ਸਦ ਬਲਹਾਰੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਉਹਨਾਂ ਪਿਆਰਿਆਂ ਤੋਂ ਅਸੀਂ ਸਦਾ ਸਦਾ ਸੈਂਕੜੇ ਵਾਰੀ ਬਲਹਾਰ ਜਾਂਦੇ ਹਾਂ ਭਾਈ। ਚਰਨ ਸਾਧ ਕੇ ਧੋਏ ਧੋਏ ਪੀਓ। ਇੱਥੇ ਉਹਨਾਂ ਦਾ ਨਾਮ ਸਾਧ ਹੈ। ਸਤਿਗੁਰੂ ਨਾਨਕ ਦੇਵ ਸੰਤ ਹਨ। ਉਹਨਾਂ ਦੇ ਚਰਨਾਂ ਨੂੰ ਸੱਜੇ ਖੱਬੇ ਨੂੰ ਧੋ ਧੋ ਕੇ ਪ੍ਰੇਮ ਦੇ ਨਾਲ ਪੀਣਾ ਕਰ ਭਾਈ। ਵੈਰਾਗ ਦੇ ਨਾਲ ਜਿਹੜਾ ਤੇਰੇ ਨੇਤਰਾਂ 'ਚ ਜਲ ਪਵੇ, ਐਸਾ ਧਿਆਨ 'ਚ ਲੀਨ ਹੋ। ਸਤਿਗੁਰੂ ਸਾਹਿਬ ਦੇ ਚਰਨ ਤੇਰੇ ਹਿਰਦੇ 'ਚ ਹਨ, ਉਹਨਾਂ ਨੂੰ ਹਿਰਦੇ 'ਚ ਪ੍ਰੇਮ ਦੇ ਜਲ ਦੇ ਨਾਲ ਧੋ ਧੋ ਕੇ ਅੰਮ੍ਰਿਤ ਰੂਪ ਜਾਣ ਕੇ ਪੀਣਾ ਕਰ ਭਾਈ। ਅਰਪ ਸਾਧ ਕੋ ਆਪਣਾ ਜੀਓ। ਅੱਗੇ ਸਤਿਗੁਰੂ ਜੀ ਫਰਮਾਉਂਦੇ, ਭਾਈ ਸਾਧੇ ਹੋਏ ਮਨਾਂ ਵਾਲੇ ਜੋ ਪੁਰਸ਼ ਹਨ, ਸਾਧ ਸਤਿਗੁਰੂ ਨਾਨਕ ਦੇਵ ਜੀ ਨੂੰ ਭਾਈ ਗੁਰਦਾਸ ਨੇ ਕਿਹਾ, ਠੰਮੇ ਕੋਇ ਨ ਸਾਧ ਬਿਨ, ਸਾਧ ਨ ਦਿਸੈ ਜਗ ਵਿੱਚ ਕੋਆ। ਭੇਖੀ ਬਹੁਤ ਦਿਸਦੇ ਆ, ਪਖੰਡੀ ਬਹੁਤ ਦਿਸਦੇ ਆ, ਸਤਿਗੁਰੂ ਨਾਨਕ ਜੈਸਾ ਸਾਧ ਕੌਣ ਦੁਨੀਆ 'ਚ ਲੱਭਣਾ ਹੈ। ਉਹਨਾਂ ਸਾਧੂਆਂ ਨੂੰ ਆਪਣਾ ਜੀਵਨ ਅਰਪਦੇ, ਜ਼ਿੰਦਗੀ ਭੇਟਾ ਕਰਦੇ ਮਹਾਰਾਜ ਦੇ ਚਰਨਾਂ ਵਿੱਚ। ਸਾਧ ਕੀ ਧੂਰ ਕਰੋ ਇਸਨਾਨ। ਸਾਧ ਸੰਗਤ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਕਰ। ਇਸ਼ਨਾਨ ਸਮਝ ਸਾਰਿਆਂ ਤੀਰਥਾਂ ਦਾ ਇਸ਼ਨਾਨ ਆ, ਜੇ ਸ਼ਰਧਾ ਨਾਲ ਸੰਗਤ ਦੀ ਧੂੜ ਬਣ ਜਾਵੇ। ਸਾਧ ਉਪਰ ਜਾਈਐ ਕੁਰਬਾਨ। ਭਾਈ ਸਤਿਗੁਰੂ ਨਾਨਕ ਸੰਤਾਂ ਦੇ ਉੱਪਰ ਕੁਰਬਾਨ ਜਾਈਏ। ਸਾਧ ਰੂਪ ਭੇਟਿਓ ਗੁਰ, ਕੁਰਬਾਨ ਜਾਈਏ ਸਤਿਗੁਰੂ ਸੰਤਾਂ ਤੋਂ। ਸਾਧ ਸੇਵਾ ਵੱਡ ਭਾਗੀ ਪਾਈਐ। ਭਾਈ ਸੰਤਾਂ ਸੰਗ ਭਗਤਾਂ ਦੀ ਸੇਵਾ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਬਹੁਤ ਦੁਰਲੱਭ ਭਾਗ ਹੁਣ ਫੇ ਜਾ ਕੇ ਪਾਈਦੀ ਹੈ। ਸਾਧ ਸੰਗ ਹਰ ਕੀਰਤਨ ਗਾਈਐ। ਮਹਾਂਪੁਰਖਾਂ ਦੀ ਸੰਗਤ 'ਚ ਮਿਲ ਕੇ ਪਰਮੇਸ਼ਰ ਦਾ ਜਸ ਕੀਰਤਨ ਗਾਉਣਾ ਕਰੀਏ। ਅਨਕ ਬਿਗਨ ਤੇ ਸਾਧੂ ਰਾਖੈ। ਹੁਣ ਅਨੇਕਾਂ ਬਿਗਨਾਂ ਤੋਂ ਸਾਧ ਜਨ ਕਿਵੇਂ ਰੱਖਦਾ ਹੈ। ਦੱਸਦੇ ਆ ਕਿ ਇੱਕ ਵਜ਼ੀਰ ਸੀ। ਜਦੋਂ ਰਾਜਾ ਸ਼ਿਕਾਰ ਤੇ ਚੜ੍ਹਿਆ, ਸੰਤਾਂ ਨੂੰ ਨਮਸਕਾਰ ਕਰਨ ਗਿਆ। ਰਾਜਾ ਰਾਜਪੁੱਤਰ ਸੀ, ਕਹਿਣ ਲੱਗਾ ਕਿ ਤੂੰ ਮੈਨੂੰ ਛੱਡ ਕੇ ਇਹ ਸਾਧ ਦੇ ਕੋਲੇ ਕਿਉਂ ਮੱਥਾ ਟੇਕਿਆ। ਕਹਿੰਦਾ, ਇਹ ਵੀ ਪ੍ਰਯੋਜਨ ਹੈ, ਮਹਾਤਮਾ ਦੀ ਸਹਾਇਤਾ ਹੁੰਦੀ ਹੈ। ਇਹ ਜਦੋਂ ਕਿਹਾ, ਰਾਜਾ ਸ਼ਿਕਾਰ ਚਲਿਆ ਗਿਆ। ਸ਼ਿਕਾਰ ਜਾ ਕੇ ਜਦੋਂ ਘਰ ਆ ਗਿਆ, ਰਾਤ ਨੂੰ ਸੁੱਤਾ ਤੇ ਉਸ ਦੀ ਜਿਹੜੀ ਲੜਕੀ ਸੀ ਰਾਜੇ ਦੀ, ਉਹ ਸੁਪਨੇ 'ਚ ਕੁਛ ਬੁੜਬੜ ਆਈ। ਬੁੜਬੜ ਆਉਣ ਤੋਂ ਜਿਹੜੀ ਰਾਣੀ ਸੀ, ਉਸ ਦੀ ਮਾਤਾ, ਉਹਨੇ ਰਾਜੇ ਦੇ ਕੋਲੇ ਕਿਹਾ ਕਿ ਵਜ਼ੀਰ ਦਾ ਪੁੱਤਰ ਜਿਹੜਾ ਹੈ, ਇਸ ਦੇ ਤਾਈਂ ਬੁਰੀ ਨਿਗਾਹ ਨਾਲ ਤੱਕਦਾ।
ਇਹ ਬੁੜਬੁੜਾ ਕੇ ਬੋਲ ਕੇ ਦੱਸਦੀ ਹੈ। ਸੁਣ ਕੇ ਰਾਜਾ ਨੇ ਹੁਕਮ ਦੇ ਦਿੱਤਾ ਦਿਨ ਚੜ੍ਹਦੇ ਨੂੰ ਕਿ ਵਜ਼ੀਰ ਨੂੰ, ਉਹਦੇ ਪੁੱਤਰ ਨੂੰ, ਸਾਰੇ ਉਸਦੇ ਪਰਿਵਾਰ ਨੂੰ ਕਤਲ ਕੀਤਾ ਜਾਵੇ। ਵਜ਼ੀਰ ਸਵੇਰੇ ਅੰਮ੍ਰਿਤ ਵੇਲੇ ਸੰਤਾਂ ਕੋਲੇ ਮੱਥਾ ਟੇਕਣ ਗਿਆ। ਉਹਨਾਂ ਸੰਤਾਂ ਕੋਲੇ ਜਿਹਦੇ ਕੋਲੇ ਰਾਜਾ ਗਿਆ ਸੀ। ਸੰਤ ਕਹਿਣ ਲੱਗੇ, ਹੇ ਵਜ਼ੀਰ, ਤੇਰੇ ਤੇ ਬਿਪਤਾ ਅੱਜ ਪੈਣੀ ਹੈ। ਕਹਿਣ ਲੱਗਾ, ਜੀ ਕਿਵੇਂ ਮਿਟੇ? ਸੰਤ ਕਹਿੰਦੇ, ਇਉਂ ਮਿਟੂਗੀ, ਆਪ ਦੇ ਪੁੱਤਰ ਨੂੰ ਰਾਜੇ ਦੇ ਤੋਸ਼ੇਖਾਨੇ ਵਿੱਚ ਸੰਦੂਕ 'ਚ ਪਾ ਕੇ ਛੱਡਿਆ ਅਤੇ ਤੂੰ ਵੀ ਐਸੇ ਥਾਂ ਲੁਕ, ਪਰਿਵਾਰ ਸਮੇਤ, ਕਿਤੇ ਨਾ ਦਿਸੀ ਉਸ ਨੂੰ, ਮਿਲੇ ਨਾ ਤੂੰ। ਵਜ਼ੀਰ ਨੇ ਮਹਾਤਮਾ ਦੀ ਆਗਿਆ ਮੰਨ ਲਈ। ਰਾਜੇ ਦੇ ਸਿਪਾਹੀਆਂ ਨੇ ਭਾਲਿਆ। ਵਜ਼ੀਰ, ਉਹਦਾ ਪਰਿਵਾਰ ਕਿਤੇ ਨਾ ਮਿਲਿਆ। ਰਾਜਾ ਹੈਰਾਨ ਹੋ ਗਿਆ। ਰਾਜਾ ਅਖੀਰ ਆ ਕੇ ਰਾਣੀ ਨੂੰ ਪੁੱਛਦਾ ਹੈ ਕਿ ਪੁੱਛ ਪੁੱਤਰੀ ਨੂੰ, ਕੀ ਕਹਿੰਦਾ ਸੀ ਵਜ਼ੀਰ ਦਾ ਲੜਕਾ? ਉਹ ਕਹਿਣ ਲੱਗੀ, ਮਾਤਾ, ਮੈਨੂੰ ਤਾਂ ਪਤਾ ਨਹੀਂ। ਅਖੇ ਤੂੰ ਕਹਿੰਦੀ ਸੀ ਕਿ ਸੁਪਨੇ 'ਚ ਬੁੜਬੜਾਈ ਤੂੰ। ਉਸ ਵੇਲੇ ਰਾਣੀ ਕਹਿੰਦੀ, ਮੈਂ ਗਲਤੀ ਕੀਤੀ, ਤੇਰੇ ਕੋਲ ਰਾਜਾ ਕਿਹਾ ਸੀ। ਇਹ ਨਾ ਵਜ਼ੀਰ ਦਾ ਕਸੂਰ ਹੈ, ਨਾ ਉਹਦੇ ਲੜਕੇ ਦਾ ਕਸੂਰ ਹੈ, ਕੇਵਲ ਲੜਕੀ ਬੁੜਬੜਾਈ ਸੀ। ਸੁਣ ਕੇ ਰਾਜਾ ਕਹਿੰਦਾ, ਮੇਰੇ ਕੋਲੋਂ ਗਲਤੀ ਹੋ ਜਾਂਦੀ, ਜੇ ਉਸ ਦਾ ਕਤਲ ਹੋ ਜਾਂਦਾ। ਫਿਰ ਦੂਸਰੇ ਦਿਨ ਰਾਜੇ ਨੇ ਫਰਮਾਨ ਜਾਰੀ ਕੀਤਾ ਕਿ ਵਜ਼ੀਰ ਜਿੱਥੇ ਹੋਏ ਆ ਜੇ, ਮੈਂ ਇਨਾਮ ਦਿਆਂਗਾ। ਵਜ਼ੀਰ ਨਿਕਲ ਆਇਆ। ਉਹਦਾ ਪੁੱਤਰ ਵੀ ਲਿਆਂਦਾ ਗਿਆ। ਰਾਜਾ ਕਹਿਣ ਲੱਗਾ, ਕੱਲ ਤੈਨੂੰ ਮੈਂ ਕਤਲ ਕਰ ਦੇਣਾ ਸੀ ਜੇ ਮਿਲ ਜਾਂਦਾ। ਕੀ ਗੱਲ ਹੈ, ਤੂੰ ਕਿੱਥੇ ਲੁਕ ਗਿਆ? ਕਹਿੰਦਾ, ਭਾਈ, ਜਿਨ੍ਹਾਂ ਸੰਤਾਂ ਨੂੰ ਮੱਥਾ ਟੇਕਣ ਗਿਆ ਉਹਨਾਂ ਸੰਤਾਂ ਨੇ ਦੱਸੀ ਸੀ ਗੱਲ, ਮੇਰਾ ਤਾਂ ਬਚਾਅ ਹੋਇਆ। ਸੋ ਇਸ ਕਰਕੇ ਸੰਗਤ ਜਿਹੜੀ ਕਰਨੀ ਹੈ ਬੜੀ ਚੰਗੀ ਹੈ। ਹਜ਼ੂਰ ਕਹਿੰਦੇ ਹਨ, ਅਨੇਕਾਂ ਬਿਘਨਾਂ ਤੋਂ ਮਹਾਰਾਜ ਦੇ ਪਿਆਰੇ ਸੰਤ ਭਗਤ ਰੱਖ ਲੈਂਦੇ ਹਨ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਭਾਈ, ਜੋ ਹਰੀ ਦੇ ਗੁਣਾਂ ਨੂੰ ਗਾਉਂਦੇ ਆ, ਅੰਮ੍ਰਿਤ ਰਸ ਨੂੰ ਚਖਦੇ ਆ, ਉਹ ਨਿਹਾਲ ਹੋ ਜਾਂਦੇ ਹਨ। ਓਟ ਗਹੀ ਸੰਤਹਿ ਦਰ ਆਇਆ। ਅਸੀਂ ਤਾਂ ਓਟ ਟੇਕ ਗ੍ਰਹਿਣ ਕਰਕੇ, ਟੇਕ ਲੈ ਕੇ ਸੰਤਾਂ ਦੇ ਦਰ ਸੰਗਤ ਵਿੱਚ ਆਏ ਹਾਂ। ਸਰਬ ਸੁਖ ਨਾਨਕ ਤਿਹ ਪਾਇਆ। ਸਤਿਗੁਰੂ ਸਾਹਿਬ ਜੀ ਕਹਿੰਦੇ, ਜੋ ਸੰਤਾਂ ਦੇ ਦਰ 'ਤੇ ਆਇਆ, ਸਾਰਿਆਂ ਸੁੱਖਾਂ ਨੂੰ ਉਹਨਾਂ ਨੇ ਪਾ ਲਿਆ ਹੈ। ਮਿਰਤਕ ਕੋ ਜੀਵਾਲਨਹਾਰ। ਮਹਾਰਾਜ ਸਾਹਿਬ ਅੰਤਰਜਾਮੀ ਗੁਰੂ ਸਾਹਿਬ ਜੀ ਕੈਸੇ ਆ? ਮਰਿਆਂ ਨੂੰ ਵੀ ਜਿਉਂਦੇ ਕਰਨ ਵਾਲੇ ਆ। ਜਿਵੇਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਤੋਂ ਮਰਿਆ ਹਾਥੀ ਜਿਉਂਦਾ ਕਰਵਾਇਆ, ਇਵੇਂ ਗੁਰੂ ਅਮਰਦਾਸ ਸਾਹਿਬ ਨੇ ਹੁਕਮ ਕਰਤਾ ਕਿ ਜਿੰਨਾ ਚਿਰ ਅਸੀਂ ਗੁਰਤਾ ਗੱਦੀ 'ਤੇ ਬਿਰਾਜਮਾਨ ਹਾਂ, ਕੋਈ ਨਾ ਮਰੇ। ਰੱਬ ਦੇ ਸ਼ਰੀਕ ਬਣਨਾ ਪੈਂਦਾ ਹੈ। ਜਿਹੜੇ ਮਰੇ ਸੀ ਜਿਉਂਦੇ ਕਰਤੇ, ਰੋਗਾਂ ਨੂੰ ਵੀ ਰੋਕਤਾ। ਇਉਂ ਮਰਿਆਂ ਨੂੰ ਵੀ ਗੁਰੂ ਸਾਹਿਬ ਜਿਉਂਦੇ ਕਰਨ ਵਾਲੇ ਹਨ। ਇਸੇ ਤਰ੍ਹਾਂ ਇਸ ਮਰੇ ਹੋਏ ਮਨ, ਜਿਹੜਾ ਸ਼ੁਭ ਚਿਤਵਨੀ ਵੱਲੋਂ ਮਰਿਆ ਹੋਇਆ, ਸ਼ੁਭ ਗੁਣ ਨਹੀਂ ਧਾਰਨ ਕਰਦਾ, ਇਹ ਮਨ ਮਰਿਆ ਹੋਇਆ ਹੈ। ਸਿਮਰਨ ਦੇ ਸਾਹ ਪਾ ਕੇ ਜੀਵਾਲਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ। ਭੂਖੇ ਕਉ ਦੇਵਤ ਆਧਾਰ। ਭਾਈ, ਜਿਹੜੇ ਭੁੱਖੇ ਪੁਰਖ ਆ, ਕਿਤੋਂ ਵੀ ਜਿਵੇਂ ਅੰਨ ਨਹੀਂ ਮਿਲਦਾ, ਗੁਰੂ ਕਲਗੀਧਰ ਨੇ ਲੰਗਰ ਚਲਾ ਕੇ ਸਾਰੇ ਦੇਸ਼ ਦਾ ਕਾਲ ਚੱਕ ਦਿੱਤਾ ਹੈ। ਇਸੇ ਪ੍ਰਕਾਰ ਭੁੱਖਿਆਂ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹਰ ਵਕਤ 8 ਪਹਿਰ ਲੰਗਰ ਚਲਾਉਂਦੇ ਹਨ। ਇਉਂ ਭੁੱਖਿਆਂ ਨੂੰ ਵੀ ਆਸਰਾ ਦਿੰਦੇ ਹਨ। ਇਸੇ ਤਰ੍ਹਾਂ ਜਿਹੜੇ ਆਸਾ ਕਰਕੇ ਜੀਵ ਭੁੱਖੇ ਆ, ਉਹਨਾਂ ਦੀਆਂ ਆਸਾਂ ਪੂਰੀਆਂ ਕਰਕੇ ਵੀ ਆਸਰਾ ਦਿੰਦੇ ਆ। ਭੁੱਖੇ ਜਿਹੜੇ ਦਰਸ਼ਨਾਂ ਰੂਪੀ ਖੁਰਾਕ ਦੇ ਆ, ਉਹਨਾਂ ਨੂੰ ਦਰਸ਼ਨ ਦਾ ਆਧਾਰ ਦੇ ਕੇ ਭੁੱਖਾ ਮੇਟ ਦਿੰਦੇ ਹਨ ਸਤਿਗੁਰੂ ਜੀ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ। ਸਾਰੇ ਨਿਧੀਆਂ ਦੇ ਖਜ਼ਾਨੇ ਜਿਸ ਗੁਰੂ ਸਾਹਿਬ ਜੀ ਨਿਗਾਹ ਵਿੱਚ ਹਨ। ਪੁਰਬ ਲਿਖੇ ਕਾ ਲਹਿਣਾ ਪਾਹੇ।
ਪਰ ਜਿਨ੍ਹਾਂ ਦੇ ਪੂਰਬਲੇ ਕਰਮ ਲਿਖੇ ਆ ਉਹਨਾਂ ਦੇ ਲਹਿਣਾ ਭਾਗ ਹੈ। ਉਹ ਸਤਿਗੁਰੂ ਦੀ ਸ਼ਰਨ ਨੂੰ ਪਾਉਂਦੇ ਆ, ਸਤਿਗੁਰਾਂ ਦੇ ਪਾਸੋਂ ਦਾਤਾਂ ਪ੍ਰਾਪਤ ਕਰ ਲੈਂਦੇ ਹਨ। ਸਾਰੇ ਕਿਉਂ ਨਹੀਂ ਕਰਦੇ ਕਾਰਨ ਦੱਸਿਆ ਹੈ। ਸਭ ਕਿਛ ਤਿਸਕਾ ਉਹ ਕਰਨੈ ਜੋਗ। ਸਤਿਗੁਰੂ ਜੀ ਫਰਮਾਉਂਦੇ, ਭਾਈ ਸਭ ਕੁਝ ਉਸ ਵਾਹਿਗੁਰੂ ਦਾ ਹੈ। ਉਹ ਹੀ ਸਾਰਿਆਂ ਦੀ ਪਾਲਣਾ ਪੋਸ਼ਣਾ ਰੱਖਿਆ ਕਰਨ ਦੇ ਜੋਗ ਭਾਵ ਲਾਇਕ ਹੈ। ਉਹ ਪਰਮੇਸ਼ਰ ਸਮਰੱਥ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ। ਉਸ ਵਾਹਿਗੁਰੂ ਤੋਂ ਬਿਨਾ ਨਾ ਕੋਈ ਦੂਜਾ ਪਿੱਛੇ ਹੋਇਆ, ਨਾ ਕੋਈ ਹੁਣ ਹੋਊ ਤੇ ਨਾ ਕੋਈ ਅੱਗੇ ਨੂੰ ਹੋਵੇਗਾ। ਜਪ ਜਨ ਸਦਾ ਸਦਾ ਦਿਨ ਰਹਿਣੀ। ਭਾਈ ਹੈ ਜਨ, ਭਗਤ ਜਨ ਰਾਤ ਦਿਨ ਉਸ ਪਰਮੇਸ਼ਰ ਨੂੰ ਜਪਣਾ ਕਰ। ਤੈਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਦਾ ਦਿਨ ਚੜ ਜਾਏਗਾ। ਸਭ ਤੇ ਊਚ ਨਿਰਮਲ ਇਹ ਕਰਨੀ। ਭਾਈ ਸਾਰਿਆਂ ਨਾਲੋਂ ਉੱਚੀ ਇਹ ਕਮਾਈ ਹੈ। ਮਨ ਨੂੰ ਸਿਮਰਨ ਨਾਲ ਨਿਰਮਲ ਕਰਨ ਵਾਲੀ ਇਹ ਕਰਨੀ ਭਗਤੀ ਹੈ। ਕਰ ਕਿਰਪਾ ਜਿਸ ਕੋ ਨਾਮ ਦੀਆ। ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਮਹਾਰਾਜ ਨੇ ਇਹ ਅੰਮ੍ਰਿਤ ਵਰਗਾ ਨਾਮ ਦਿੱਤਾ ਹੈ, ਅੰਮ੍ਰਿਤ ਨਾਲ ਭਰਿਆ ਹੋਇਆ ਨਾਮ ਦੇ ਦਿੱਤਾ ਹੈ। ਨਾਨਕ ਸੋ ਜਨ ਨਿਰਮਲ ਥੀਆ। ਅੱਗੇ ਸਤਿਗੁਰੂ ਸਾਹਿਬ ਜੀ ਕਹਿੰਦੇ, ਉਹ ਉੱਜਲ ਪੁਰਖ ਹੋ ਗਏ ਆ ਸੰਸਾਰ 'ਚ ਪਾਪਾਂ ਦੀਆਂ ਮੈਲਾਂ ਤੋਂ, ਅਵਿਦਿਆ ਦੀਆਂ ਮੈਲਾਂ ਤੋਂ, ਸਾਰੇ ਜਗਤ ਝੂਠ ਦੀਆਂ ਮੈਲਾਂ ਤੋਂ ਨਿਰਮਲ ਹੋ ਗਏ ਹਨ। ਜਾ ਕੈ ਮਨ ਗੁਰ ਕੀ ਪ੍ਰਤੀਤ। ਜਿਨ੍ਹਾਂ ਦੇ ਮਨ ਵਿੱਚ ਗੁਰੂ ਸਾਹਿਬ ਤੇ ਭਰੋਸਾ ਹੈ, ਯਕੀਨ ਹੈ ਕਿ ਗੁਰੂ ਸਾਹਿਬ ਮੇਰੇ ਤਾਰਨ ਵਾਲੇ ਹਨ, ਹੋਰ ਨਹੀਂ ਕਿਸੇ ਨੇ ਤਾਰਨਾ। ਇਸ ਜਨ ਆਵੈ ਹਰ ਪ੍ਰਭ ਚੀਤ। ਭਾਈ ਉਹਦੇ ਚੇਤੇ ਮਹਾਰਾਜ ਕਹਿੰਦੇ ਵਾਹਿਗੁਰੂ ਆ ਜਾਵੇਗਾ। ਇਹ ਦਾਤ ਉਸ ਨੂੰ ਪ੍ਰਾਪਤ ਹੋਵੇਗੀ। ਇਹ ਨਿਸ਼ਚਾ ਹੋਣਾ ਚਾਹੀਦਾ ਹੈ, ਗੁਰੂ ਸਾਹਿਬ ਮੇਰਾ ਰਾਖਾ ਹੈ। ਉਹਨਾਂ ਦੇ ਮੇਰਾ ਵਾਹਿਗੁਰੂ ਹਰ ਵਕਤ ਮੇਰੇ ਚੇਤੇ ਆਵੇਗਾ। ਭਗਤ ਭਗਤ ਸੁਣੀਐ ਤੇ ਲੋਏ। ਜਿਨ੍ਹਾਂ ਦੇ ਚੇਤੇ ਪਰਮੇਸ਼ਰ ਆਵੇਗਾ, ਉਹ ਦੁਨੀਆ 'ਚ ਭਗਤੀ ਕਰਨ ਵਾਲਾ ਭਗਤ, ਉਸਦੇ ਮਾਤਾ ਪਿਤਾ ਭਗਤ, ਉਹਦਾ ਪਰਿਵਾਰ ਵੀ ਭਗਤ, ਸਾਰੇ ਸੰਸਾਰ 'ਚ ਸੁਣਿਆ ਜਾਏਗਾ। ਜੋ ਭਗਤ ਹੈ ਮਹਾਰਾਜ ਦਾ, ਭਾਵ ਪ੍ਰੇਮ 'ਚ ਗਤ ਪ੍ਰਾਪਤ ਹੋਇਆ ਹੈ, ਉਹ ਤਿੰਨਾਂ ਲੋਕਾਂ 'ਚ ਬੰਦਗੀ ਵਾਲਾ ਜਾਣਿਆ ਜਾਏਗਾ। ਜਾ ਕੈ ਹਿਰਦੈ ਏਕੋ ਹੋਇ। ਜਿਸ ਦੇ ਹਿਰਦੇ 'ਚ ਇੱਕੋ ਹੀ ਅਕਾਲ ਪੁਰਖ ਹੋਏਗਾ ਵਸਿਆ ਹੋਇਆ। ਸੱਚ ਕਰਨੀ ਸੱਚ ਤਾਕੀ ਰਹਿਤ। ਸੱਚੀ ਉਹਨਾਂ ਦੀ ਸਾਧ ਸੰਗਤ ਜੀ ਕਰਨੀ ਕਮਾਈ ਹੈ। ਸਰੀਰ ਕਰਕੇ ਸੱਚੀ ਉਹਨਾਂ ਦੀ ਰਹਿਤ ਮਰਿਆਦਾ ਹੈ। ਬਾਣੀ ਕਰਕੇ ਸੱਚੀ ਉਹਨਾਂ ਦੀ ਰਹਿਣੀ ਹੈ। ਮਨ ਕਰਕੇ ਸੱਚ ਹਿਰਦੈ ਸਤ ਮੁਖ ਕਹਿਤ। ਉਹਨਾਂ ਦੇ ਸੱਚਾ ਨਾਮ ਹਿਰਦੇ 'ਚ ਵਸਿਆ ਹੈ ਤੇ ਸਤ ਨਾਮ ਨੂੰ ਮੁਖੋਂ ਉਚਾਰਦੇ ਹਨ, ਕਹਿੰਦੇ ਹਨ। ਸਾਚੀ ਦ੍ਰਿਸ਼ਟ ਸਾਚਾ ਆਕਾਰ। ਉਹਨਾਂ ਦੀ ਦ੍ਰਿਸ਼ਟੀ ਵੀ ਸੱਚੀ ਹੈ, ਵਾਹਿਗੁਰੂ ਨੂੰ ਵੇਖਦੇ ਆ। ਸਾਰਾ ਆਕਾਰ ਵੀ ਸੱਚਾ ਹੈ ਉਹਨਾਂ ਦਾ, ਵਾਹਿਗੁਰੂ ਦੀ ਜੋਤ ਵਿੱਚ ਹੀ ਮਿਲੇ ਹੋਏ ਆ। ਉਸੇ ਦਾ ਆਕਾਰ ਸਗਲ ਭਵਨ ਕੀ ਮੂਰਤ ਏਕਾ ਦੇਖਦੇ ਹਨ। ਸੱਚ ਵਰਤੈ ਸਾਚਾ ਪਾਸਾਰ। ਇੱਥੇ ਪਸਾਰ ਨਹੀਂ ਕਹਿਣਾ, ਪਾਸਾਰ ਹੈ। ਕਹਿੰਦੇ ਸੱਚ ਦਾ ਵਰਤਾਰਾ ਵਰਤਦਾ ਹੀ ਉਹਨਾਂ ਨੂੰ ਦਿਸਦਾ ਹੈ ਤੇ ਸਾਰਾ ਪਸਾਰਾ ਵੀ ਸੱਚੇ ਦਾ ਹੀ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਇਉਂ ਸਾਧ ਸੰਗਤ ਜੀ ਪਾਰ ਬ੍ਰਹਮ ਨੂੰ, ਜਿਨ੍ਹਾਂ ਨੇ ਕਲਪਤ ਵਸਤੂ ਛੱਡ ਕੇ ਅਧ ਅਸ਼ਟਾਂਗ ਸਰੂਪ ਨੂੰ ਸੱਚ ਕਰਕੇ ਜਾਣ ਲਿਆ ਹੈ। ਨਾਨਕ ਸੋ ਜਨ ਸੱਚ ਸਮਾਤਾ। ਸਤਿਗੁਰੂ ਸਾਹਿਬ ਜੀ ਕਹਿੰਦੇ,
ਉਹ ਭਾਈ ਸੱਚ ਸਰੂਪ ਵਿੱਚ ਸਮਾ ਗਏ, ਭਾਵ ਅਭੇਦ ਹੋ ਗਏ ਆ, ਇੱਕਮਿਕ ਹੋ ਗਏ ਉਹ ਪਰਮੇਸ਼ਰ ਦੇ ਨਾਲ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਪਛਾਣ ਲਿਆ ਹੈ। ਸੋ ਇਹ ਸੀ ਸਾਧ ਸੰਗਤ ਜੀ 15ਵੀਂ ਅਸ਼ਟਪਦੀ ਦੀ ਵਿਚਾਰ ਸੰਪੂਰਨਤਾ। ਔਰ ਇਹ ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਗਾਉਂਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਨੇ ਬਖਸ਼ ਲੈਣਾ। ਸਤਿਗੁਰੂ ਜੀ ਬਖਸ਼ਣਹਾਰ ਪਿਤਾ ਹਨ, ਬਖਸ਼ ਲੈਣ। ਅੱਗੇ ਤੋਂ ਸਮੱਤ ਬੁੱਧ ਬਖਸ਼ਣੀ, ਭੁੱਲਾਂ ਨਾ ਚਿਤਾਰਨੀਆਂ। ਆਓ ਸਮਾਪਤੀ ਵਾਲੀਆਂ ਪੰਕਤੀਆਂ ਅਸੀਂ ਪੜ੍ਹ ਕੇ ਗਾ ਕੇ ਸਰਵਣ ਕਰਨਾ ਕਰੀਏ ਜੀ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।